हाँ जी, वाहिगुरू जी का खालसा वाहिगुरू जी की फतेह जी। स्वागत है ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਹਿਸਟਰੀ ਵਿੱਚ। ਦੋਸਤੋ, ਅੱਜ ਗੱਲ ਕਰਾਂਗੇ ਮਲਕੀਤ ਦੀ ਦਰਦਨਾਕ ਦਾਸਤਾਂ ਦੇ ਭਾਗ ਚੌਥੇ ਦੀ। ਭਾਗ ਤੀਜੇ ਵਿੱਚ ਤੁਸੀਂ ਵੇਖਿਆ ਵੀ ਜਿਹੜੀ ਇਨਕਲਾਬੀ ਲਹਿਰ ਹੈ, ਨਕਸਲਬਾੜੀ ਲਹਿਰ ਹੈ, ਉਹ ਖਤਮ ਹੋ ਚੁੱਕੀ ਹੈ ਤੇ ਕੁਲਵਿੰਦਰ ਹੈ ਜਿਹੜਾ ਉਹਨਾਂ ਦੇ ਕੋਠੇ 'ਚ ਠਹਿਰਿਆ ਹੋਇਆ, ਉਹ ਵੀ ਮਲਕੀਤ ਨੂੰ ਫਤਿਹ ਬੁਲਾ ਕੇ ਚਲਾ ਜਾਂਦਾ। ਸੋ ਵੀਡੀਓ ਬੜੀ ਦਿਲਚਸਪ ਹੋਣ ਵਾਲੀ ਹੈ, ਇਹਨੂੰ ਸਾਰੀ ਨੂੰ ਸੁਣਨਾ ਤੇ ਅੱਗੇ ਸ਼ੇਅਰ ਕਰਨਾ। ਕਹਿੰਦੇ ਬਈ ਸਮਾਂ ਬੀਤਦਾ ਗਿਆ, ਸਮੇਂ ਦੇ ਨਾਲ ਨਾਲ ਉਹ ਯੁੱਗ ਵੀ ਬੀਤ ਗਿਆ। ਪਿੰਡਾਂ ਵਿੱਚ ਫੇਰ ਅਖਾੜੇ ਲੱਗਣ ਲੱਗ ਪਏ। ਲੋਕਾਂ ਦੇ ਮੂੰਹਾਂ ਉੱਤੇ ਹੁਣ ਨਕਸਲ ਦੇ ਗੀਤ ਨਹੀਂ ਰਹੇ ਸਨ, ਨਾ ਹੀ ਇਨਕਲਾਬੀ ਨਾਰੇ। ਮਲਕੀਤ ਨੂੰ ਕੱਲੇ-ਕੱਲੇ ਚਿਹਰੇ ਯਾਦ ਆਉਂਦੇ। ਚਾਚਾ ਕਾਲੀ ਨਰੰਜਨ ਸਿਉ, ਭੋਲਾ, ਬੰਤ, ਭੂਰਾ, ਕੁਲਵਿੰਦਰ ਸਾਰੇ ਜਾਣੇ। ਹੋਵੇ ਭਾਵੇਂ ਨਾ ਹੋਵੇ, ਕੁਲਵਿੰਦਰ ਜ਼ਰੂਰ ਜਿਉਂਦਾ ਹੈ। ਮੇਰਾ ਮਨ ਗਵਾਹੀ ਦਿੰਦਾ ਹੈ ਇੱਕ ਦਿਨ ਜ਼ਰੂਰ ਮੇਲ ਹੋਣਗੇ। ਉਸ ਮਨ ਹੀ ਮਨ ਸੋਚਿਆ। ਲਾਲ ਲਹਿਰ ਵਿੱਚ ਖੜੋਤ ਉੱਭਰ ਚੁੱਕੀ ਸੀ, ਪਰ ਪੰਜਾਬ ਦੇ ਜੰਮਿਆਂ ਨੂੰ ਕਹਿੰਦੇ ਬਈ ਨਿਤ ਮੁਹਿੰਮਾਂ। ਪੰਜ ਪਾਣੀਆਂ ਦੀ ਧਰਤੀ ਉੱਤੇ ਸਿੱਖ ਮੁੰਡਿਆਂ ਦੀ ਲਹਿਰ ਸਿਰ ਚੁੱਕ ਖਲੋਤੀ ਸੀ। ਇਸ ਲਹਿਰ ਦਾ ਮੁੱਢ 78 ਦੇ ਸਿੱਖ ਨਿਰੰਕਾਰੀ ਟਕਰਾਅ ਤੋਂ ਸ਼ੁਰੂ ਹੋਇਆ ਕਹਿੰਦੇ। ਉਧਰ ਦਰਸ਼ਨ ਪਟਿਆਲੇ ਯੂਨੀਵਰਸਿਟੀ ਵਿੱਚੋਂ MA ਕਰਕੇ ਉੱਥੇ ਹੀ ਪੜਾਉਣ ਲੱਗ ਪਿਆ। ਇੱਧਰ ਮਲਕੀਤ ਨੇ ਖੇਤੀਬਾੜੀ ਦਾ ਕੰਮ ਆਪਣੇ ਹੱਥੀਂ ਸਾਂਭ ਲਿਆ ਸੀ। ਫੇਰ ਹੌਲੀ-ਹੌਲੀ ਸਾਰੇ ਪਰਿਵਾਰ ਦੀ ਸਹਿਮਤੀ ਨਾਲ ਮਲਕੀਤ ਦੀ ਵੱਡੀ ਭਾਬੀ ਨੇ ਰਿਸ਼ਤਾ ਕਰਵਾ ਦਿੱਤਾ। ਕੁੜੀ ਉਸ ਦੀ ਰਿਸ਼ਤੇਦਾਰੀ ਵਿੱਚੋਂ ਭੈਣਾ ਥਾਵੇਂ ਲੱਗਦੀ ਸੀ। ਮਲਕੀਤ ਦੇ ਸਹੁਰਿਆਂ ਦਾ ਪਿੰਡ ਉਹਦੇ ਪਿੰਡ ਤੋਂ 30 ਕਿਲੋਮੀਟਰ ਦੀ ਵਾਟ ਤੇ ਸੀ। ਮਿੱਤਰਾਂ ਨੂੰ ਫਿਕਰ ਪਿਆ, ਵਿਆਹ ਜੈਕੁਰ ਦਾ ਧਰਿਆ। ਸਿੱਕਾ ਉਸ ਨੂੰ ਮਖੌਲ ਕਰਨ ਲੱਗਾ। ਹੋ ਫਿਕਰ ਕਾਦਾ ਯਾਰ, ਸੋਚਦਾ ਵਾਂ ਜਾਣਾ ਕਿਹੜੇ ਰਾਹ ਸੀ, ਰੱਬ ਨੇ ਹੋਰ ਹੀ ਰਾਹ ਪਾਤਾ। ਸੋਚਿਆ ਕੀ ਸੀ, ਬਣ ਕੀ ਗਿਆ। ਮਲਕੀਤ ਦਾ ਮਨ ਹਾਲੇ ਵੀ ਗ੍ਰਹਿਸਤੀ ਦੇ ਝੰਜਟਾਂ ਵਿੱਚ ਫਸਣ ਲਈ ਤਿਆਰ ਨਹੀਂ ਸੀ ਹੋਇਆ। ਪਰ ਸੱਜਣਾ, ਜੇ ਜੀਵਨ ਸਾਥਣ ਚੜ੍ਹਦੀ ਕਲਾ ਵਾਲੇ ਵਿਚਾਰਾਂ ਵਾਲੀ ਮਿਲ ਗਈ, ਫੇਰ ਤਾਂ ਹੋ ਜੂ ਬਹਿ ਜਾ। ਸਿੱਕਾ ਉਸ ਦਾ ਦਿਲ ਧਰਾਉਂਦਾ ਬੋਲਿਆ। ਫੇਰ ਇੱਕ ਦਿਨ ਮਲਕੀਤ ਨੇ ਆਪਣੀ ਘਰ ਵਾਲੀ ਨਾਲ ਗੱਲ ਕੀਤੀ ਵੀ ਦੇਖ ਸੁਰਿੰਦਰ ਕੌਰੇ, ਮੈਨੂੰ ਸਾਰੀਆਂ ਚੀਜ਼ਾਂ ਨਾਲੋਂ ਅਸੂਲ ਪਿਆਰੇ ਨੇ। ਅਸੂਲਾਂ ਤੋਂ ਵੱਧ ਕੇ ਪੰਜਾਬ ਪਿਆਰਾ, ਤੇ ਇਸ ਤੋਂ ਵੱਧ ਕੇ ਮੈਨੂੰ ਮੇਰੇ ਲੋਕ ਪਿਆਰੇ ਨੇ। ਹੋਰ ਮੈਨੂੰ ਕਿਹੜੀ ਗੱਲੋਂ ਮਰਜ਼ੀ ਰੋਕ ਲਵੀਂ, ਪਰ ਕੱਲ ਨੂੰ ਜੇ ਲੋਕਾਂ ਲਈ ਕਿਸੇ ਵਿਖੜੇ ਰਾਹ ਤੁਰਨਾ ਪਿਆ ਤਾਂ ਉਹ ਨਾ ਰੋਕੀ। ਮਲਕੀਤ ਨੇ ਪਹਿਲੇ ਦਿਨ ਹੀ ਸੁਰਿੰਦਰ ਨੂੰ ਆਪਣੇ ਇਨਕਲਾਬੀ ਵਿਚਾਰਾਂ ਤੋਂ ਜਾਣੂ ਕਰਵਾ ਦਿੱਤਾ। ਉਹ ਵਿਚਾਰੀ ਅੱਗੇ ਹੀ ਸਤਵੰਤੀ ਸੀ। ਸੁਰਿੰਦਰ ਨੂੰ ਬਹੁਤੀਆਂ ਗੱਲਾਂ ਦੀ ਤਾਂ ਸਮਝ ਨਾ ਪਈ, ਪਰ ਵਿਚਾਰੀ ਨੇ ਸਤ ਵਚਨ ਆਖ ਕੇ ਸਿਰ ਹਿਲਾ ਦਿੱਤਾ। ਲੋਕਾਂ ਦੀ ਸੇਵਾ ਲਈ ਮੈਂ ਕਾਹਤੋਂ ਰੋਕਣਾ ਹੋਇਆ ਭਲਾ, ਉਸਨੇ ਸੋਚਿਆ। ਉਸ ਨੂੰ ਵਿਚਲੀ ਕਹਾਣੀ ਦਾ ਪਤਾ ਨਹੀਂ ਸੀ ਕਿ ਇਸ ਰਾਹ ਤੇ ਚੱਲਣ ਵਾਲਿਆਂ ਲਈ ਕਿਹੜੀਆਂ ਮੁਸੀਬਤਾਂ ਚੜ੍ਹ ਕੇ ਆਉਂਦੀਆਂ ਹਨ। ਕੀ ਗੱਲ ਹੈ, ਤੁਸੀਂ ਮੈਨੂੰ ਕੁਝ ਉਖੜੇ ਜਿਹੇ ਰਹਿੰਦੇ ਲੱਗਦੇ ਹੋ। ਇੱਕ ਦਿਨ ਸੁਰਿੰਦਰ ਨੇ ਜੇਰਾ ਕਰਕੇ ਪੁੱਛੀ ਲਿਆ। ਹੋ ਨਾ ਉਖੜਨਾ ਕਾਹਦਾ ਹੋਇਆ, ਬਸ ਉਹੀ ਤੈਨੂੰ ਲੱਗਦਾ ਹੋ। ਮਲਕੀਤ ਨੇ ਗੱਲ ਟਾਲੀ। ਉਹੀ ਤਾਂ ਨਹੀਂ, ਗੱਲ ਤਾਂ ਜ਼ਰੂਰ ਕੁਝ ਹੈਗੀ ਆ। ਮੈਂ ਵੀ ਤੁਹਾਡੀ ਅਰਧਾਨਗੀ ਹਾਂ, ਕੁਝ ਸਾਂਝਾ ਕਰੋ। ਸੁਰਿੰਦਰ ਮਲਕੀਤ ਦੇ ਚਿਹਰੇ ਨੂੰ ਪੜ੍ਹਨ ਦੀ ਕੋਸ਼ਿਸ਼ ਵਿੱਚ ਸੀ। ਦੇਖ ਸੁਰਿੰਦਰ, ਤੈਨੂੰ ਨਹੀਂ ਲੱਗਦਾ ਜਿਵੇਂ ਸਭ ਕੁਝ ਬਦਲਣ ਦੀ ਲੋੜ ਹੋਵੇ? ਇਹ ਸੜਿਆਂਤ ਬੋ ਮਾਰਦਾ ਜਾ ਰਿਹਾ ਸਮਾਜ, ਰਿਸ਼ਵਤੀ ਰਾਜਕਾਜ, ਸਾਰਾ ਸਿਸਟਮ ਜਿਵੇਂ ਚੋਰਾਂ ਨਾਲ ਭਰਿਆ ਪਿਆ ਹੋਵੇ। ਦੇਖੀ, ਮਲਕੀਤ ਨੇ ਟੁੱਟਵੇਂ ਸ਼ਬਦ ਜ਼ਾਹਰ ਕੀਤੇ। ਮੈਨੂੰ ਨਹੀਂ ਸਮਝ ਆਉਂਦੀ ਤੁਹਾਡੀਆਂ ਗੱਲਾਂ ਦੀ। ਉਹ ਨਾ ਕਰੀਏ ਕਿਤੇ ਘੁੰਮ ਫੇਰ ਆਈਏ, ਨਾਲੇ ਮਨ ਹੋਰ ਦਾ ਹੋਰ ਹੋ ਜੂ। ਸੁਰਿੰਦਰ ਨੇ ਸਲਾਹ ਦਿੱਤੀ। ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਯਾਦ ਕਰਵਾਇਆ? ਪਟਿਆਲੇ ਨਾ ਹੋ ਆਈਏ ਦਰਸ਼ਨ ਬਾਈ ਕੋਲ, ਨਾਲੇ ਮਿਲਾਵਾਂਗੇ, ਨਾਲੇ ਸੈਰ ਹੋ ਜੂ। ਮਲਕੀਤ ਨੇ ਚੁਟਕੀ ਵਜਾਈ। ਬਿਲਕੁਲ ਠੀਕ, ਸੁਰਿੰਦਰ ਨੇ ਸਹਿਮਤੀ ਦੇ ਦਿੱਤੀ। ਦੂਸਰੇ ਦਿਨ ਉਹ ਬੇਬੇ ਤੋਂ ਆਗਿਆ ਲੈ ਕੇ ਸਵੇਰੇ 7 ਵਜੇ ਵਾਲੀ ਪਹਿਲੀ ਬੱਸ ਤੇ ਹੀ ਪਟਿਆਲੇ ਵੱਲ ਨੂੰ ਰਵਾਨਾ ਹੋ ਗਏ। ਪਿੰਡੋਂ ਉਹਨਾਂ ਬੱਸ ਫੜੀ ਤੇ ਬਠਿੰਡੇ ਪਹੁੰਚ ਗਏ। ਉਹਨਾਂ ਦਿਨਾਂ ਵਿੱਚ ਬਠਿੰਡੇ ਦਾ ਬੱਸ ਅੱਡਾ ਨਿੱਕਾ ਜਿਹਾ ਹੁੰਦਾ ਸੀ। ਗਰਮੀਆਂ ਦੇ ਦਿਨਾਂ ਵਿੱਚ ਨਿੱਕੀਆਂ ਹਨੇਰੀਆਂ ਚੱਲਦੀਆਂ ਰਹਿੰਦੀਆਂ ਸਨ। ਚਲੋ ਜੀ, ਉਹ ਪਟਿਆਲੇ ਪਹੁੰਚ ਗਏ। ਉਹਨਾਂ ਨੇ ਦਰਸ਼ਨ ਦੇ ਘਰ ਦੀ ਬੈਲ ਵਜਾਈ। ਮਲਕੀਤ ਨੇ 23 ਨੰਬਰ ਮਕਾਨ ਦੇ ਡਿਸਪੈਂਸਰ ਵਾਲੇ ਥੰਮਲੇ ਨਾਲ ਲੱਗੀ ਸਵਿੱਚ ਦੱਬੀ ਤਾਂ ਘੰਟੀ ਦੀ ਚੀਕ ਸੁਣਾਈ ਦਿੱਤੀ। ਕੌਣ ਹੈ? ਇੱਕ ਭਰਮੇ ਜੁੱਸੇ ਵਾਲੀ ਗੋਬਰੂ ਜਿਹੀ ਮਟਿਆਰ ਨੇ ਬੂਹਾ ਖੋਲਦਿਆਂ ਪੁੱਛ ਪੜਤਾਲ ਕੀਤੀ। ਸਤਿ ਸ੍ਰੀ ਅਕਾਲ ਜੀ, ਮੈਂ ਮਲਕੀਤ ਸਿੰਘ ਮਾਨਸਿਓ ਵਾਲੇ ਤੋਂ। ਹਾਲੇ ਸ਼ਬਦ ਮਲਕੀਤ ਦੀ ਜ਼ਬਾਨ ਉੱਤੇ ਹੀ ਸਨ ਕਿ ਬੂਹਾ ਖੋਲਣ ਵਾਲੀ ਬੀਬੀ ਕਮਲ ਦੇ ਫੁੱਲ ਵਾਂਗ ਟਹਿਕ ਪਈ। ਲੈ ਵੀਰ ਜੀ, ਲੰਘ ਆਓ, ਬਾਹਰ ਕਿਉਂ ਖੜੇ ਜੇ? ਮੈਂ ਮਨਜੀਤ ਕੌਰ, ਵਾਈਫ ਆਫ ਸਰਦਾਰ ਦਰਸ਼ਨ ਸਿੰਘ। ਉਸਨੇ ਸਿਰ ਉੱਤੇ ਨਿੱਕੀ ਜਿਹੀ ਦਸਤਾਰ ਉੱਪਰੋਂ ਲਈ ਚੁੰਨੀ ਨੂੰ ਸੰਵਾਰਦਿਆਂ ਸੁਰਿੰਦਰ ਨੂੰ ਅੱਗੇ ਹੋ ਕੇ ਕਲਾਵੇਂ ਵਿੱਚ ਘੁੱਟ ਲਿਆ। ਉਹ ਦੋਨਾਂ ਜਾਣਿਆਂ ਨੂੰ ਵੈਲਕਮ ਕਹਿੰਦਿਆਂ ਅੰਦਰ ਲੈ ਗਈ। ਬਾਈ ਜੀ ਹੋਰੀ ਗਏ ਹੋਏ ਨੇ ਕਿਤੇ? ਮਲਕੀਤ ਨੇ ਰੂਹ ਅਫਜੇ ਦੀ ਘੁੱਟ ਭਰਦਿਆਂ ਰਸਮੀ ਗੱਲਬਾਤ ਚਾਲੂ ਕੀਤੀ। ਹਾਂ, ਜਰਾ ਬਾਜ਼ਾਰ ਤੱਕ ਗਏ ਨੇ। ਗੁੱਡੀ ਨੂੰ ਕੋਈ ਬੁੱਕ ਚਾਹੀਦੀ ਸੀ, ਉਹੀ ਖਰੀਦਣ ਗਏ ਨੇ ਕਾਲਜੋਂ।
ਆਉਂਦਿਆਂ ਹੀ ਨਿਆਣੇ ਜਿੱਦ ਕਰਨ ਲੱਗ ਪਏ। ਉਹਨੂੰ ਲੈ ਕੇ ਚਲੇ ਗਏ, ਬਸ ਆਉਂਦੇ ਹੀ ਹੋਣੇ। ਬਈ ਵਾਹ, ਚਿੱਟੇ ਚੌਲ ਜਿਨ੍ਹਾਂ ਨੇ ਪੁੰਨ ਕੀਤੇ, ਰੱਬ ਨੇ ਬਣਾਈਆਂ ਜੋੜੀਆਂ। ਕੀੜੀ ਦੇ ਘਰੇ ਨਰੈਣ ਕਿਵੇਂ। ਦਰਸ਼ਨ ਨੇ ਕਾਹਲੀ ਨਾਲ ਸਕੂਟਰ ਖੜਾ ਕਰਕੇ ਮਲਕੀਤ ਨੂੰ ਜੱਫੀ ਪਾ ਲਈ। ਉਸਦੇ ਸਿਰ ਉੱਤੇ ਚਿੱਟੀ ਗੋਲ ਨਿਹੰਗਨੁਮਾ ਨਿੱਕੀ ਜਿਹੀ ਦਸਤਾਰ, ਕੁੜਤਾ ਪਜਾਮਾ ਪਹਿਨਿਆ ਹੋਇਆ ਸੀ। ਹਿੱਕ ਤੱਕ ਫੈਲਿਆ ਹੋਇਆ ਖੁੱਲਾ ਪ੍ਰਕਾਸ਼ ਦਾੜਾ, ਜਿਸ ਵਿੱਚ ਕੋਈ ਕੋਈ ਬੱਗਾ ਉਤਰ ਆਇਆ ਸੀ, ਉਸ ਨੂੰ ਸੰਤ ਸਰੂਪੀ ਦਿੱਖ ਪ੍ਰਦਾਨ ਕਰ ਰਿਹਾ ਸੀ। ਮੈਂ ਤਾਂ ਪਛਾਣਿਆ ਹੀ ਨਹੀਂ ਯਾਰ, ਐ ਤਾਂ ਜਮਾ ਬੁਲਾਰੇ ਵਾਲਾ ਬਾਬਾ ਲੱਗਦਾ ਹੈ। ਮਲਕੀਤ ਨੇ ਝੇੜ ਕੀਤੀ। ਉਹ ਵਾਹਿਗੁਰੂ ਵਾਹਿਗੁਰੂ ਕਰ ਭਰਾਵਾ, ਬਾਬਾ ਨਾ ਕਹਿ, 2 ਗਾਲਾਂ ਕੱਢ ਲੈ ਇਹਦੇ ਨਾਲੋਂ। ਜੇ ਦਾੜੇ ਕਰਕੇ ਕਹਿਣਾ ਇਹ ਤਾਂ ਬੰਨਣ ਕਰਕੇ ਵੱਧ ਗਿਆ। ਨਹੀਂ, ਮੈਂ ਤਾਂ ਕਿਸੇ ਸੜੇ ਸਾਧ ਦੀ ਮਕਾਨ ਤੇ ਨਹੀਂ ਜਾਂਦਾ। ਸਾਡਾ ਤਾਂ ਇੱਕੋ ਇੱਕ ਬਾਬਾ ਹੈ, ਗੁਰੂ ਗ੍ਰੰਥ ਸਾਹਿਬ, ਬਾਕੀ ਸਭ ਕੂੜ। ਹਾਂ, ਕੁਝ ਛਕਿਆ ਛਕਾਇਆ ਇਹਨਾਂ ਨੇ। ਦਰਸ਼ਨ ਨੇ ਹੱਸਦਿਆਂ ਸਵਾਲ ਕੀਤਾ ਅਤੇ ਬਰਾਬਰ ਡਹੀ ਹੋਰ ਕੁਰਸੀ ਉੱਤੇ ਬੈਠ ਗਿਆ। ਉਹ ਕਿੱਥੇ, ਹਾਲੇ ਪਾਣੀ ਪਿਆਇਆ ਸਿਰਫ, ਅਜੇ ਹੁਣੇ ਤਾਂ ਆਏ ਨੇ, 5 ਮਿੰਟ ਵੀ ਨਹੀਂ ਹੋਏ। ਚਲੋ ਜੀ, ਰੋਟੀ ਟੁੱਕ ਖਾ ਪੀ ਕੇ ਉਹ ਦੋਵੇਂ ਜਣੇ ਟਹਿਲਣ ਲਈ ਯੂਨੀਵਰਸਿਟੀ ਵਿੱਚ ਨੂੰ ਹੋ ਤੁਰੇ। ਹਰੇ ਘਾਹ ਦੇ ਮੈਦਾਨਾਂ ਨੂੰ ਠੰਡੇ ਪਾਣੀ ਦੀ ਸਿੰਜੀ ਹੋਈ ਹੋਣ ਕਰਕੇ ਵਾਤਾਵਰਨ ਵਿੱਚ ਸਹਿੰਦੀ ਸਹਿੰਦੀ ਠੰਡ ਪਸਰ ਰਹੀ ਸੀ। ਹਾਂ ਪ੍ਰੋਫੈਸਰ ਸਾਹਿਬ, ਕੀ ਖਿਆਲ ਹੈ ਫਿਰ? ਕਰਵਾਓ ਦਰਸ਼ਨ ਲਾਲਾਂ ਦੇ ਵਣਜਾਰਿਆਂ ਦੇ। ਮਲਕੀਤ ਨੇ ਦਰਸ਼ਨ ਨੂੰ ਸਵਾਲ ਕਰਦਿਆਂ ਭਰਵੱਟੇ ਤਾਂ ਨੂੰ ਚੜਾਏ। ਕਰਵਾ ਦਿੰਨੇ ਆ। ਦਿਨ ਕੀ ਅੱਜ ਬੁੱਧਵਾਰ, ਹੋ ਸਕਦਾ ਮਿਲ ਜਾਣ, ਆਓ ਵੇਨੇ ਆ। ਦਰਸ਼ਨ ਨੇ 1 ਮਿੰਟ ਲਈ ਰੋਕ ਕੇ ਕੁਝ ਸੋਚਿਆ ਤੇ ਚੁਟਕੀ ਵਜਾਉਂਦਿਆਂ ਅੱਗੇ ਹੋ ਤੁਰਿਆ। ਮਲਕੀਤ ਕਾਲੇ ਕਦਮੀ ਉਹਦੇ ਮਗਰ ਤੁਰ ਰਿਹਾ ਸੀ। ਕੁਝ ਕੁ ਸਫ਼ਰ ਕਰਨ ਮਗਰੋਂ ਪ੍ਰੋਫੈਸਰ ਨੇ ਮੁੰਡਿਆਂ ਦੇ ਹੋਸਟਲ ਪਹੁੰਚ ਕੇ ਮਲੱਕ ਦੇਣੇ ਦਰਵਾਜ਼ੇ ਤੇ ਹੱਥ ਮਾਰ ਦਿੱਤਾ। ਹੱਥ ਇੱਕ ਖਾਸ ਅੰਦਾਜ਼ ਵਿੱਚ ਮਾਰਿਆ ਗਿਆ ਸੀ। ਕੌਣ ਹੋਇਆ ਇਸ ਵੇਲੇ? ਉੱਠ ਕੇ ਦੇਖੀ ਘੇਰਾ ਸੁਖੀ। ਕੋਈ ਗੰਭੀਰ ਜਿਹੀ ਆਵਾਜ਼ ਗੂੰਜੀ। ਦੇਖਦਾ ਵਾਂ ਭਾਈ ਸਾਹਿਬ, ਕੋਈ ਮਲੂਕ ਜਿਹੀ ਆਵਾਜ਼ ਸੀ। ਉਸ ਤੋਂ ਬਾਅਦ ਕਰਮੇ ਦੇ ਫਰਸ਼ ਉੱਤੇ ਚੱਪਲਾਂ ਦੇ ਘਸੜਨ ਦੀ ਆਵਾਜ਼ ਆਈ। ਹਾਂਜੀ, ਕੌਣ ਹੈ? ਦਰਵਾਜ਼ੇ ਦੇ ਨੇੜਿਓਂ ਹੌਲੀ ਜਿਹੇ ਸੁਰ ਵਿੱਚ ਸਵਾਲ ਉੱਭਰਿਆ। ਉਹ ਬਈ ਮੈਂ ਆ ਪ੍ਰੋਫੈਸਰ ਦਰਸ਼ਨ ਸਿਉ। ਉਹ ਸੁਖੀ ਬਾਹਰ ਖੋਲੀ, ਪ੍ਰੋਫੈਸਰ ਸਾਹਿਬ ਨੇ ਹੌਲੀ ਜਿਹੀ ਉੱਤਰ ਦਿੱਤਾ। ਮਲਕੀਤ ਪ੍ਰੋਫੈਸਰ ਦੇ ਮਗਰ ਹੀ ਆਉਣ ਵਾਲੇ ਸਮੇਂ ਦੀ ਉਡੀਕ ਵਿੱਚ ਉਤਾਵਲਾ ਖੜਾ ਸੀ। ਲੱਕੜੀ ਦੇ ਨਿੱਕੇ ਜਿਹੇ ਬੂਹੇ ਦੀ ਚਟਕਣੀ ਖੁੱਲਣ ਦੀ ਆਵਾਜ਼ ਆਈ। ਮਾਹੌਲ ਵਿੱਚ ਸੁੰਨ ਸ਼ਾਂਤ ਪਸਰ ਗਈ ਸੀ। ਬੂਹਾ ਖੁੱਲਣ ਸਾਰ ਚਿੱਟੇ ਕੁੜਤੇ ਪਜਾਮੇ ਤੇ ਚਿੱਟੇ ਸਾਫੇ ਵਿੱਚ ਸਜਿਆ ਫਬਿਆ ਇੱਕ 23-24 ਸਾਲ ਦਾ ਸਿੱਖ ਗੱਭਰੂ ਖੜਾ ਸੀ। ਕਮਰੇ ਦੀ ਟਿਊਬਲਾਈਨ ਦੇ ਦੂਧੀਆ ਚਾਨਣ ਵਿੱਚ ਮੁੰਡੇ ਦਾ ਗੁਲਾਬੀ ਭਾ ਮਾਰਦਾ ਚਿਹਰਾ ਗੁਲਾਬ ਦੇ ਫੁੱਲ ਵਾਂਗੂ ਟਹਿਕ ਰਿਹਾ ਸੀ। ਉਹ ਮਿੱਠੀ ਜਿਹੀ ਫਤਿਹ ਬੁਲਾ ਕੇ ਪ੍ਰੋਫੈਸਰ ਦਰਸ਼ਨ ਦੇ ਗੋਡਿਆਂ ਵੱਲ ਨੂੰ ਝੁਕਿਆ। ਉਹ ਨਹੀਂ ਬਈ ਸਿੰਘਾ, ਇਉਂ ਨਹੀਂ ਕਰਦੇ। ਜਦ ਫਤਿਹ ਹੀ ਬੁਲਾਤੀ, ਫਿਰ ਬਾਕੀ ਕੀ ਰਹਿ ਗਿਆ? ਦਰਸ਼ਨ ਨੇ ਮੁੰਡੇ ਦੇ ਸਰ ਬਲੋਹੀ ਕੜੇ ਵਾਲੇ ਹੱਥ ਘੁੱਟ ਕੇ ਫੜ ਲਏ। ਬੂਹਾ ਖੋਲਣ ਵਾਲਾ ਮੁੰਡਾ ਸੁਖਪਾਲ ਸਿੰਘ ਭੁੱਚੋ ਮੰਡੀ ਸੀ। ਜੀ ਆਇਆਂ ਨੂੰ ਭਾਈ ਸਾਹਿਬ ਜੀ, ਪ੍ਰੋਫੈਸਰ ਸਾਹਿਬ ਆਏ ਨੇ। ਸੁਖਪਾਲ ਸਿੰਘ ਨੇ ਨੀਲੀ ਪਗੜੀ ਬੰਨੀ ਮੰਜੇ ਤੇ ਬੈਠੇ 28 ਸਾਲਾ ਨੌਜਵਾਨ ਸਿੰਘ ਨੂੰ ਸੁਣਾਇਆ। ਆਓ ਆਓ ਪ੍ਰੋਫੈਸਰ ਸਾਹਿਬ, ਧੰਨ ਭਾਗ। ਸਿੰਘ ਨੇ ਉੱਠ ਕੇ ਫਤਿਹ ਬੁਲਾਉਂਦਿਆਂ ਪ੍ਰੋਫੈਸਰ ਨੂੰ ਕਲਾਵੇਂ ਵਿੱਚ ਭਰ ਲਿਆ। ਭਾਈ ਸਾਹਿਬ ਜੀ, ਇਹ ਮੇਰੇ ਨਿੱਕੇ ਹੁੰਦੇ ਦੇ ਮਿੱਤਰ ਨੇ, ਕਾਮਰੇਡ ਮਲਕੀਤ ਸਿੰਘ, ਮੇਰੇ ਪਿੰਡ ਤੋਂ ਹੀ ਨੇ। ਬੜੇ ਇਨਕਲਾਬੀ ਵਿਚਾਰਾਂ ਵਾਲੀ ਹਸਤੀ ਆ ਬਈ ਇਹ ਵੀਰ ਜੀ ਬਲਜਿੰਦਰ ਸਿੰਘ ਗੰਗਾ। ਦਰਸ਼ਨ ਨੇ ਜਾਣ ਪਛਾਣ ਕਰਵਾਈ। ਉਹ ਬਈ ਬਹੁਤ ਵਧੀਆ, ਇਨਕਲਾਬੀਆਂ ਦੇ ਸਾਥੀ ਇਨਕਲਾਬੀ ਹੋਣਗੇ, ਹੋਰ ਕੌਣ ਹੋਣਗੇ? ਗੰਗਾ ਆਪਣੀਆਂ ਕੱਕੀਆਂ ਮੁੱਛਾਂ ਵਿੱਚੋਂ ਗੁਲਾਬੀ ਭਾ ਮਾਰਦਾ ਹਾਸਾ ਹੱਸਿਆ। ਸੁਖਪਾਲ ਹੀਟਰ ਉੱਤੇ ਦੁੱਧ ਗਰਮ ਕਰਨ ਲੱਗ ਪਿਆ। ਕਮਰਾ ਟਿਊਬਲਾਈਟ ਦੇ ਚਾਨਣ ਵਿੱਚ ਤਪਸਵੀਆਂ ਦੇ ਭੋਰੇ ਵਾਂਗ ਚਮਕ ਰਿਹਾ ਸੀ। ਇੱਕ ਖੁੰਝੇ ਰੀਡਿੰਗ ਟੇਬਲ ਉੱਤੇ ਇੱਕ ਹੋਰ ਨੌਜਵਾਨ ਕੋਈ ਕਿਤਾਬ ਪੜ੍ਹਨ ਵਿੱਚ ਮਸ਼ਰੂਫ ਸੀ। ਇੰਸਪੈਕਟਰ ਕੋਹਲੀ ਸਾਹਿਬ, ਆਪਣੇ ਬੰਦੇ ਨੇ, ਆਓ ਮਿਲ ਲਓ। ਭਾਈ ਗੰਗੇ ਦੇ ਕਹਿਣ ਤੇ ਉਹ ਨਿੱਕੇ ਕੱਦ ਦਾ ਸਿੰਘ ਉੱਠ ਕੇ ਅੱਗੇ ਆ ਗਿਆ। ਉਸ ਦੀ ਦਿੱਖ ਅਤ ਪ੍ਰਭਾਵ ਪਾ ਰਹੀ ਸੀ। ਮੁਸ਼ਕੀ ਰੰਗ ਵਿੱਚ ਮੋਟੀਆਂ-ਮੋਟੀਆਂ ਕਾਲੀਆਂ ਅੱਖਾਂ ਮੱਸਿਆ ਦੀ ਰਾਤ ਵਿੱਚ ਹੀਰੇ ਵਾਂਗ ਚਮਕ ਰਹੀਆਂ ਸਨ। ਕਮਰੇ ਵਿੱਚ ਆਲੇ ਦੁਆਲੇ ਕਿਤਾਬਾਂ ਦੀ ਬਹੁਤਾਤ ਸੀ। ਰੀਡਿੰਗ ਟੇਬਲ ਦੀ ਸਾਹਮਣੀ ਕੰਧ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਸਰਹੰਦ ਦੀ ਜਿੱਤ ਬਾਅਦ ਖਾਲਸਾਈ ਅੰਦਾਜ਼ ਦਾ ਇੱਕ ਚਿੱਤਰ ਲਟਕ ਰਿਹਾ ਸੀ। ਮਲਕੀਤ ਨੇ ਸਾਰਿਆਂ ਸਿੰਘਾਂ ਨੂੰ ਫਤਿਹ ਬੁਲਾਈ। ਪ੍ਰੋਫੈਸਰ ਦਰਸ਼ਨ ਨੇ ਬਚਪਨ ਤੋਂ ਲੈ ਕੇ ਅੱਜ ਤੱਕ ਮਲਕੀਤ ਦੀ ਸਾਰੀ ਵਿਥਿਆ ਸੁਣਾ ਦਿੱਤੀ। ਸੁਖਪਾਲ ਜਦ ਤੱਕ ਦੁੱਧ ਗਰਮ ਕਰਕੇ ਲੈ ਆਇਆ, ਉਸਨੇ ਲੋਹੇ ਦੀਆਂ ਬਾਟੀਆਂ ਵਿੱਚ ਪਾ ਕੇ ਸਾਰਿਆਂ ਨੂੰ ਦੁੱਧ ਵਰਤਾ ਦਿੱਤਾ। ਹੋਰ ਸੁਣਾਓ ਕਾਮਰੇਡ ਸਾਹਿਬ, ਕਿਵੇਂ ਚੱਲ ਰਿਹਾ ਇਨਕਲਾਬੀ ਕੰਮ? ਮੁਸ਼ਕੀ ਰੰਗ ਵਾਲੇ ਕੋਹਲੀ ਸਿੰਘ ਨੇ ਵਾਰਤਾਲਾਪ ਸ਼ੁਰੂ ਕੀਤੀ। ਕੰਮ ਤਾਂ ਵੀਰ ਜੀ ਅੱਜ ਕੱਲ੍ਹ ਰੁਕਿਆ ਪਿਆ। ਸਾਥੀ ਸ਼ਹੀਦ ਹੋ ਗਏ, ਬੜੇ ਕਾਮਰੇਡ ਪਾਸਾ ਵੱਟ ਗਏ। ਬਸ ਹੁਣ ਤਾਂ ਯਾਦਾਂ ਹੀ ਬਾਕੀ ਨੇ। ਮਲਕੀਤ ਨੇ ਠੰਡਾ ਹੌਕਾ ਭਰਿਆ। ਹੋ ਨਹੀਂ ਯਾਰ, ਆਂਧਰਾ ਉੜੀਸਾ ਵਿੱਚ ਤਾਂ ਫੱਟੇ ਚੱਕੀ ਜਾਂਦੇ ਨੇ ਨਕਸਲੀਏ। ਅਸਲ ਵਿੱਚ ਭਾਰਤੀ ਧਰਤੀ ਦੀ ਸਮੱਸਿਆ ਹੈ।
ਬਈ ਇੱਥੇ ਸਿਰਫ ਦੋ ਵਰਗ ਨਹੀਂ, ਬਾਹਮਣਵਾਦੀ ਸਿਸਟਮ ਵਿੱਚ ਵਰਗਾਂ ਅੰਦਰ ਹਰ ਵਰਗ, ਜਾਤਾਂ ਅੰਦਰ ਹੋਰ ਜਾਤਾਂ, ਫਿਰ ਇਹਨਾਂ ਦੀ ਆਪਸੀ ਲੜਾਈ। ਇਸੇ ਲਈ ਇੱਥੇ ਇਨਕਲਾਬ ਆਉਣਾ ਦੂਰ ਦੀ ਗੱਲ ਹੈ। ਸਾਰੀਆਂ ਲਹਿਰਾਂ ਸਮਾਂ ਪਾ ਕੇ ਜਾਤੀ ਲੜਾਈਆਂ ਦਾ ਰੂਪ ਧਾਰਨ ਕਰ ਜਾਂਦੀਆਂ ਨੇ। ਕੋਹਲੀ ਨੇ ਰੁਕਾਵਟ ਤੇ ਚਾਨਣਾ ਪਾਇਆ। ਹਾਂ, ਮੈਂ ਤੁਹਾਡੇ ਨਾਲ ਸਹਿਮਤ ਹਾਂ, ਪਰ ਜੇ ਇਹੋ ਜਿਹੇ ਯੋਧੇ ਕੁਝ ਹੰਭਲਾ ਮਾਰਨ ਤਾਂ ਖਿੱਚ ਤੂ ਕਰਕੇ ਸਮਾਂ ਨੇੜੇ ਕੀਤਾ ਜਾ ਸਕਦਾ ਹੈ। ਮਲਕੀਤ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਤਸਵੀਰ ਵੱਲ ਹੱਥ ਕੀਤਾ। ਹਾਂ ਠੀਕ ਹੈ, ਪਰ ਇਹੋ ਜਿਹਾ ਹੋਣਾ ਹਰ ਕਿਸੇ ਦੇ ਵੱਸ ਦਾ ਰੋਗ ਨਹੀਂ। ਸਿੱਖਾਂ ਦੇ ਇਨਕਲਾਬੀ ਗੁੱਟਾਂ ਨੂੰ ਬਾਹਮਣੀ ਜਾਤ ਪਾਤ ਤੇ ਜੱਟਵਾਦ ਦੇ ਦੈਂਤ ਨੇ ਨਿਗਲ ਜਾਣਾ। ਸਾਡੀ ਲਹਿਰ ਵਿੱਚ ਵੀ ਇਹੋ ਸਮੱਸਿਆ ਸਿਰ ਚੁੱਕ ਰਹੀ ਹੈ। ਕਿਸਾਨ ਪਰਿਵਾਰਾਂ ਵਿੱਚੋਂ ਆਏ ਮੁੰਡੇ ਜੱਟ ਦੇ ਗੰਡਾਸੇ ਵਿੱਚੋਂ ਦੀ ਹੀ ਖਾਲਿਸਤਾਨ ਕੱਢਣਾ ਲੋਚਦੇ ਨੇ। ਭੁੱਚੋ ਮੰਡੀਏ ਸੁਖਪਾਲ ਨੇ ਸਮੱਸਿਆਵਾਂ ਦੀ ਗੱਲ ਕੀਤੀ, ਪਰ ਖਾਲਸਿਓ ਤੁਹਾਡੇ ਆ ਰੌਲੇ ਰੱਪੇ ਦਾ ਅਸਲ ਉਦੇਸ਼ ਕੀ ਹੈ? ਐਵੇਂ ਸ਼ੌਂਕੀਆ ਬੰਦੂਕਾਂ ਤਾਂ ਨਹੀਂ ਚੁੱਕੀ ਫਿਰਦੀ ਮੰਡੀਰ। ਮਲਕੀਤ ਨੇ ਤੀਰ ਸਿੱਧਾ ਨਿਸ਼ਾਨੇ ਤੇ ਮਾਰਿਆ। ਸਵਾਲ ਸੋਹਣਾ ਕੀਤਾ ਹੈ ਕਾਮਰੇਡ ਸਾਹਿਬ। ਉਦੇਸ਼ ਹੈ ਆਪਦਾ ਘਰ, ਆਪਦਾ ਰਾਜ, ਜਿਹੜਾ ਝੰਡਾ ਸਭਰਾਵਾਂ ਦੇ ਮੈਦਾਨ ਵਿੱਚ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਹੱਥੋਂ ਮੈਦਾਨੇ ਜੰਗ ਵਿੱਚ ਖੁੱਸਿਆ ਸੀ, ਉਹਦੀ ਸ਼ਾਨ ਦੀ ਦੁਬਾਰਾ ਬਹਾਲੀ। ਹੋ ਰਾਜ ਕਿਹਨਾਂ ਦਾ? ਸਰਦਾੜਿਆਂ ਰਜਵਾੜਿਆਂ ਦਾ, ਮਲਕ ਭਾਗੋਆਂ ਦਾ ਕਿ ਲਾਲੋਕਿਆਂ ਦਾ? ਮਲਕੀਤ ਸਵਾਲ ਤੇ ਸਵਾਲ ਕਰਕੇ ਸਿੰਘਾਂ ਦੀ ਸੋਚ ਦੀ ਡੂੰਘੀ ਪੜਤਾਲ ਕਰਨ ਦੇ ਹੱਕ ਵਿੱਚ ਸੀ। ਪ੍ਰੋਫੈਸਰ ਸਾਹਿਬ, ਮਿੱਤਰ ਤੁਹਾਡਾ ਡੂੰਘਾ ਖੋਜੀ ਲੱਗਦਾ ਹੈ। ਸੁਖਪਾਲ ਭੁੱਚੋ ਮੰਡੀਏ ਨੇ ਪ੍ਰੋਫੈਸਰ ਨੂੰ ਟਾਂਚ ਮਾਰੀ। ਛੋਟੇ ਵੀਰ, ਜੇ ਨਿੱਕਾ ਜਿਹਾ ਘੜਾ ਖਰੀਦਣਾ ਹੁੰਦਾ ਹੈ ਤੇ ਵੀਰਵਾਰ ਟੁਣਕਾ ਕੇ ਦੇਖੀਦਾ ਹੈ। ਇਹ ਤਾਂ ਫੇਰ ਸਿਰਾਂ ਦਾ ਸੌਦਾ ਹੈ। ਪ੍ਰੋਫੈਸਰ ਨੇ ਬਣਦਾ ਹਿੱਸਾ ਪਾਇਆ। ਕੋਈ ਨਹੀਂ, ਇੱਥੇ ਵੀ ਕੱਚਿਆਂ ਦੀ ਮੰਡੀ ਨਹੀਂ ਲੱਗੀ, ਸਹੀ ਥਾਂ ਤੇ ਹੀ ਆਇਓ। ਬਈ ਰਾਜ ਹੋਵੇਗਾ ਲੋਕਾਂ ਦਾ, ਅਸਲ ਮਾਨਿਆਂ ਵਿੱਚ ਲੋਕਾਂ ਦਾ। ਅਜੋਕੀ ਡੈਮੋਕ੍ਰੇਸੀ ਨਹੀਂ, ਪੀਸ, ਇਕੁਐਲਿਟੀ ਅਤੇ ਬਰਾਬਰ ਮੌਕੇ ਸਭਨਾਂ ਲਈ। ਸਾਡਾ ਤਾਂ ਇਹੋ ਸੁਪਨਾ ਹੈ ਬਈ। ਭਾਈ ਕੋਹਲੀ ਨੇ ਹੱਥ ਹਵਾ ਵਿੱਚ ਖੋਲੇ। ਉਸ ਦੇ ਚਿਹਰੇ ਤੋਂ ਆਤਮ ਵਿਸ਼ਵਾਸ ਡਲਕਾ ਮਾਰ ਰਿਹਾ। ਉਹ ਫੇਰ ਥੋੜੇ ਬੰਦੇ ਆ ਬਾਈ, ਜਿਵੇਂ ਮਰਜ਼ੀ ਵਾਹੋ। ਜਿਹੜਾ ਗਰੀਬਾਂ ਨਾਲ ਯਾਰ ਉਹਦੇ ਨਾਲ, ਪਰ ਆਖਰੀ ਸ਼ੰਕਾ ਵੀ ਮਿਟਾਈ ਦਿਓ। ਇਹ ਸਾਰੇ ਮਾਮਲੇ ਲਈ ਵੱਖਰੇ ਦੇਸ਼ ਦੀ ਕਾਹਦੀ ਲੋੜ ਹੈ? ਗੁਰਮੱਤਾ ਹੱਦਾਂ ਸਰਹੱਦਾਂ ਤੋਂ ਪਰੇ ਦੀ ਗੱਲ ਕਰਦੀ ਹੈ ਤੇ ਆਪਾਂ ਨਵੀਆਂ ਬਣਾਉਣ ਨੂੰ ਫਿਰਦੇ ਆ। ਮਲਕੀਤ ਮੁਸਕਰਾ ਪਿਆ। ਬਿਲਕੁਲ ਠੀਕ, ਅਸੀਂ ਹੱਦਾਂ ਸਰਹੱਦਾਂ ਦੀ ਪਰਵਾਹ ਨਹੀਂ ਕਰਦੇ, ਨਾ ਹੀ ਮੰਨਦੇ ਆ। ਗੱਲ ਸਰਬੱਤ ਦੇ ਭਲੇ ਦੀ ਹੀ ਆ, ਪਰ ਪਲੇਟਫਾਰਮ ਦੀ ਲੋੜ ਤਾਂ ਪੈਂਦੀ ਹੈ। ਕੇਰਾਂ ਕਾਫਲਾ ਜੁੜ ਲੈਣ ਦੇਵੋ, ਜਦੋਂ ਤੁਰ ਪਿਆ ਫੇਰ ਦੇਖਾਂਗੇ ਕਿੱਥੇ ਰੁਕਦਾ ਜਾ। ਕੋਹਲੀ ਨੇ ਸਿਰੇ ਦੀ ਸਮਝਾ ਦਿੱਤੀ। ਮਲਕੀਤ ਨੇ ਉੱਠ ਕੇ ਮੁੰਡੇ ਨੂੰ ਕਲਾਵੇਂ ਵਿੱਚ ਘੁੱਟ ਲਿਆ। ਬਈ ਮੈਂ ਨਾਲਾਂ ਤੁਹਾਡੇ, ਮੈਂ ਨਾਲਾਂ, ਉਹ ਵਾਰ-ਵਾਰ ਦੁਹਰਾ ਰਿਹਾ ਸੀ। ਮਲਕੀਤ ਨੂੰ ਲੱਗਿਆ ਜਿਵੇਂ ਰੇਤ ਦੀਆਂ ਕੰਧਾਂ ਢਾਉਣ ਵਾਲੇ ਯੋਧੇ ਫੇਰ ਮਿਲ ਪਏ ਹੋਣ। ਹਾਂ ਫਿਰ ਕਰੋ ਸਹੁੰ ਚੁਕਾਈ, ਪਾੜੋ ਕੰਨ ਤੇ ਪਾਵੋ ਮੁੰਦਰ। ਅਗਲਾ ਖੇੜਿਆਂ ਦੇ ਫੇਰਾ ਪਾਉਣ ਨੂੰ ਕਾਲਾ ਹੋਇਆ ਫਿਰਦਾ ਹੈ। ਪ੍ਰੋਫੈਸਰ ਨੇ ਸਿਫਾਰਿਸ਼ ਕੀਤੀ। ਕੋਈ ਨਾ ਪ੍ਰੋਫੈਸਰ ਸਾਹਿਬ, ਸਾਡੀ ਵੀ ਮਰਿਆਦਾ ਹੈ ਕੋਈ। ਜੋਗ ਜਾਲਣਾ ਔਖਾ ਹੈ, ਇਹਨੂੰ ਬਾਈ ਕਰਮ ਸਿਉ ਨਾਲ ਮਿਲਾ ਦਿਓ, ਮੁਗਲਾਂ ਵਾਲੇ ਨਾਲ। 6 ਮਹੀਨੇ ਲਗਾਤਾਰ ਅਖੰਡ ਕੀਰਤਨ ਸੁਣੇ, ਬਾਟੇ ਮਾਂਜੇ ਸੰਗਤ ਦੇ, 5 ਬਾਣੀਆਂ ਕੰਠ ਕਰੇ, ਗੁਰੂ ਵਾਲਾ ਬਣੇ, ਫੇਰ ਆਵੇ ਸਾਡੇ ਕੋਲ। ਭਾਈ ਕੋਹਲੀ ਨੇ ਸਿੱਧੀ ਗੱਲ ਕਰ ਦਿੱਤੀ। ਹੁਣ ਰਾਤ ਕਾਫੀ ਹੋ ਚੁੱਕੀ ਸੀ। ਪ੍ਰੋਫੈਸਰ ਅਤੇ ਮਲਕੀਤ ਵਾਪਸ ਮੁੜ ਆਏ। ਕੋਹਲੀ ਦਰਵਾਜ਼ੇ ਤੱਕ ਛੱਡਣ ਆਇਆ। ਸਾਰੇ ਮੁੰਡਿਆਂ ਨੇ ਫਤਿਹ ਬੁਲਾ ਕੇ ਵਿਦਾ ਕੀਤੀ। ਰਸਤੇ ਵਿੱਚ ਉਹਨਾਂ ਦੋਹਾਂ ਜਾਣਿਆਂ ਕੋਈ ਗੱਲਬਾਤ ਆਪਸ ਵਿੱਚ ਨਾ ਕੀਤੀ, ਕਿਉਂਕਿ ਪ੍ਰੋਫੈਸਰ ਬਾਕੀ ਬਚਦਾ ਨਿਤਨੇਮ ਕਰਨ ਲੱਗ ਪਿਆ ਸੀ। ਮਲਕੀਤ ਦੇ ਮਨ ਵਿੱਚ ਰੇਤ ਦੀਆਂ ਕੰਧਾਂ ਢਾਉਣ ਤੁਰੇ ਨਵੇਂ ਕਾਫਲਿਆਂ ਦਾ ਸਾਥੀ ਬਣਨ ਦਾ ਪੱਕਾ ਯਕੀਨ ਵੱਜ ਚੁੱਕਾ ਸੀ। ਇਹ ਸੀ ਜੀ ਮਲਕੀਤ ਦੀ ਦਰਦਨਾਕ ਦਾਸਤਾਨ ਦਾ ਭਾਗ 4 ਤੇ ਭਾਗ 5ਵਾਂ ਲੈ ਕੇ ਤੁਹਾਡੇ ਸਾਹਮਣੇ ਕੱਲ ਪੇਸ਼ ਹੋਵਾਂਗੇ। ਹੁਣ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।